ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਰਿਆਂ ਨੂੰ ਜੈ ਯਿਸੂ ਦੀ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे भेदां नूं जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे भेदां नूं जान सका। तेरे भेदां नूं जान सका, तेरे भेदां नूं जान सका। ਪਿਆਰੇ ਬੱਚਿਓ, ਅੱਜ ਅਸੀਂ 5ਵੀਂ ਕਲਾਸ ਦੇ 7ਵੇਂ ਅਧਿਆਏ ਦੇ ਬਾਰੇ ਪੜ੍ਹਾਂਗੇ। 6ਵੇਂ ਅਧਿਆਏ ਦੇ ਵਿੱਚ ਅਸੀਂ ਅਬਰਾਹਮ ਦੇ ਬਾਰੇ ਸੁਣਿਆ ਅਤੇ ਅੱਜ ਦੇ ਅਧਿਆਏ ਦੇ ਵਿੱਚ ਅਸੀਂ ਅਬਰਾਹਮ ਦੇ ਪੁੱਤਰ ਇਸਹਾਕ ਅਤੇ ਉਹਦੇ 2 ਪੁੱਤਰ ਈਸਾਊ ਅਤੇ ਯਾਕੂਬ ਦੇ ਬਾਰੇ ਸੁਣਾਂਗੇ। ਇਸ ਅਧਿਆਏ ਦੇ ਵਿੱਚ ਅਸੀਂ ਦੇਖਾਂਗੇ ਕਿ ਕਿੱਦਾਂ ਇਸਹਾਕ ਜਿਹੜਾ ਹੈ ਉਹ ਵਿਆਹ ਕਰਦਾ ਹੈ ਅਤੇ ਕਿਸ ਤਰ੍ਹਾਂ ਉਹਦੇ ਅੱਗੋਂ 2 ਪੁੱਤਰਾਂ ਦਾ ਜਨਮ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਇਸਹਾਕ ਦੇ ਬਾਰੇ ਪੜ੍ਹਾਂਗੇ। ਸਾਰਾ ਦੀ ਮੌਤ ਤੋਂ ਬਾਅਦ ਇਸਹਾਕ ਨੇ ਆਪਣੇ ਚਾਚੇ ਦੀ ਪੋਤੀ ਰਬੇਕਾ, ਜੋ ਬਥੂਏਲ ਦੀ ਬੇਟੀ ਸੀ, ਨਾਲ ਵਿਆਹ ਕੀਤਾ। ਅਬਰਾਹਮ ਦੇ ਮਰਨ ਤੋਂ ਪਹਿਲਾਂ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਇਸਹਾਕ ਨੂੰ ਦਿੱਤਾ। ਉਹ 175 ਸਾਲ ਦੀ ਉਮਰ ਵਿੱਚ ਮਰਿਆ। ਇਹਨਾਂ ਲਾਈਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸਹਾਕ ਜਿਹੜਾ ਹੈ ਉਹ ਰਿਬੇਕਾ ਦੇ ਨਾਲ ਵਿਆਹ ਕਰਦਾ ਹੈ ਅਤੇ ਅਬਰਾਹਮ ਆਪਣੇ ਮਰਨ ਤੋਂ ਪਹਿਲਾਂ ਆਪਣੀ ਜਾਇਦਾਦ ਦਾ ਜੋ ਵੱਡਾ ਹਿੱਸਾ ਹੈ ਉਹ ਇਸਹਾਕ ਨੂੰ ਦੇ ਦਿੰਦਾ ਹੈ ਅਤੇ ਅਬਰਾਹਮ ਦੀ ਮੌਤ ਜਿਹੜੀ ਹੈ ਉਹ 175 ਸਾਲ ਦੀ ਉਮਰ ਦੇ ਵਿੱਚ ਹੋ ਜਾਂਦੀ ਹੈ। ਅਬਰਾਹਮ ਅਤੇ ਇਸਮਾਇਲ ਨੇ ਉਸ ਨੂੰ ਇੱਕ ਗੁਫਾ ਦੇ ਵਿੱਚ ਦਫਨ ਕੀਤਾ, ਜੋ ਅਬਰਾਹਮ ਦੁਆਰਾ ਜ਼ੋਆ ਦੇ ਪੁੱਤਰ ਅਫਰੋਨ ਕੋਲੋਂ ਖਰੀਦੇ ਖੇਤ ਵਿੱਚ ਸੀ। ਸੋ ਜੋ ਅਬਰਾਹਮ ਦੇ ਪੁੱਤਰ ਸਨ ਇਸਹਾਕ ਅਤੇ ਇਸਮਾਇਲ, ਅਬਰਾਹਮ ਨੂੰ ਦਫਨਾ ਦਿੰਦੇ ਆ। ਇਹ ਮਾਮਰੇ ਦੀ ਪੂਰਬ ਦਿਸ਼ਾ ਵਿੱਚ ਸੀ। ਇਹ ਉਹੀ ਥਾਂ ਸੀ ਜਿੱਥੇ ਅਬਰਾਹਮ ਦੀ ਪਤਨੀ ਸਾਰਾ ਦਫਨਾਈ ਗਈ ਸੀ। ਜਦੋਂ ਇਸਹਾਕ ਦਾ ਰਿਬੇਕਾ ਨਾਲ ਵਿਆਹ ਹੋਇਆ ਤਾਂ ਉਸ ਦੀ ਉਮਰ 40 ਸਾਲ ਸੀ। ਰਿਬੇਕਾ ਬਾਂਝ ਸੀ, ਪਰ ਉਸ ਦੇ ਲਈ ਇਸਹਾਕ ਨੇ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕੀਤੀ। ਇਸਹਾਕ ਅਤੇ ਇਸਮਾਇਲ ਜਿਹੜੇ ਨੇ ਉਹ ਆਪਣੇ ਪਿਤਾ ਅਬਰਾਹਮ ਨੂੰ ਦਫਨਾ ਦਿੰਦੇ ਨੇ ਅਤੇ ਉਸ ਨੂੰ ਉੱਥੇ ਹੀ ਦਫਨਾਇਆ ਜਾਂਦਾ ਹੈ ਜਿੱਥੇ ਅਬਰਾਹਮ ਦੀ ਪਤਨੀ ਸਾਰਾ ਦਫਨਾਈ ਗਈ ਸੀ। ਅਤੇ ਫਿਰ ਅਸੀਂ ਦੇਖਦੇ ਹਾਂ ਕਿ ਇਸਹਾਕ ਦਾ ਜਿਹੜਾ ਹੈ ਉਹ ਰਿਬੇਕਾ ਦੇ ਨਾਲ ਜਦੋਂ ਵਿਆਹ ਹੁੰਦਾ ਹੈ ਅਤੇ ਇਸਹਾਕ ਦੀ ਉਮਰ 40 ਸਾਲ ਹੁੰਦੀ ਆ, ਪਰ ਰਿਬੇਕਾ ਜਿਹੜੀ ਹੈ ਉਹ ਬਾਂਝ ਸੀ ਕਿ ਉਹਦਾ ਕੋਈ ਬੱਚਾ ਨਹੀਂ ਸੀ ਅਤੇ ਇਸਹਾਕ ਜਿਹੜਾ ਹੈ ਉਹ ਖੁਦਾ ਦੇ ਅੱਗੇ ਬੱਚੇ ਦੇ ਲਈ ਅਰਦਾਸ ਕਰਦਾ ਹੈ। ਪ੍ਰਭੂ ਖੁਦਾ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਰਿਬੇਕਾ
ਗਰਭਵਤੀ ਹੋਈ। ਉਸ ਦੇ 2 ਪੁੱਤਰ ਹੋਏ। ਉਸ ਨੇ ਪਹਿਲੇ ਪੁੱਤਰ ਦਾ ਨਾਂ ਈਸਾਊ ਰੱਖਿਆ, ਕਿਉਂ ਜੋ ਉਸ ਦਾ ਸਰੀਰ ਲਾਲ ਵਾਲਾਂ ਨਾਲ ਢਕਿਆ ਹੋਇਆ ਸੀ, ਅਤੇ ਦੂਜੇ ਪਹਿਲੇ ਦੀ ਅੱਡੀ ਫੜੀ ਬਾਹਰ ਆਇਆ, ਇਸ ਲਈ ਉਸ ਦਾ ਨਾਂ ਯਾਕੂਬ ਰੱਖਿਆ। ਉਹਨਾਂ ਦੇ ਜਨਮ ਸਮੇਂ ਇਸਹਾਕ ਦੀ ਉਮਰ 60 ਸਾਲ ਸੀ। ਇਸਹਾਕ ਈਸਾਊ ਨੂੰ ਪਿਆਰ ਕਰਦਾ ਸੀ, ਪਰ ਯਾਕੂਬ ਮਾਂ ਦਾ ਲਾਡਲਾ ਸੀ। ਅਸੀਂ ਦੇਖਿਆ ਹੈ ਕਿ ਕਿੱਦਾਂ ਇਸਹਾਕ ਜਿਹੜਾ ਹੈ ਉਹ ਖੁਦਾ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਖੁਦਾ ਉਹਨਾਂ ਦੀ ਦੁਆ ਨੂੰ ਸੁਣਦਾ ਹੈ, ਅਤੇ ਰਿਬੇਕਾ ਜੋ ਹੈ ਉਹ ਗਰਭਵਤੀ ਹੁੰਦੀ ਹੈ ਅਤੇ 2 ਪੁੱਤਰਾਂ ਨੂੰ ਜਨਮ ਦਿੰਦੀ ਹੈ। ਵੱਡੇ ਦਾ ਨਾਂ ਹੁੰਦਾ ਹੈ ਈਸਾਊ ਅਤੇ ਇੱਕ ਦਾ ਨਾਂ ਹੁੰਦਾ ਹੈ ਯਾਕੂਬ। ਅਤੇ ਇਸਹਾਕ ਈਸਾਊ ਨੂੰ ਜ਼ਿਆਦਾ ਪਿਆਰ ਕਰਦਾ ਸੀ, ਪਰ ਯਾਕੂਬ ਜਿਹੜਾ ਸੀ ਉਹ ਆਪਣੀ ਮਾਂ ਦਾ ਲਾਡਲਾ ਸੀ। ਹੁਣ ਅਸੀਂ ਈਸਾਊ ਦੇ ਬਾਰੇ ਪੜ੍ਹਾਂਗੇ। ਈਸਾਊ ਇੱਕ ਚੰਗਾ ਸ਼ਿਕਾਰੀ ਸੀ ਅਤੇ ਉਹ ਹਮੇਸ਼ਾ ਖੁੱਲ੍ਹੇ ਖੇਤਾਂ ਵਿੱਚ ਰਹਿੰਦਾ ਸੀ, ਪਰ ਯਾਕੂਬ ਸ਼ਾਂਤ ਸੁਭਾਅ ਦਾ ਸੀ ਅਤੇ ਆਮ ਕਰਕੇ ਘਰ ਵਿੱਚ ਹੀ ਰਹਿੰਦਾ ਸੀ ਅਤੇ ਆਪਣੇ ਇੱਜੜ ਦੀ ਰਾਖੀ ਦਾ ਸ਼ੌਕੀਨ ਸੀ। ਇਸਹਾਕ ਕਾਫੀ ਬਜ਼ੁਰਗ ਹੋ ਗਿਆ ਸੀ ਅਤੇ ਚੰਗੀ ਤਰ੍ਹਾਂ ਦੇਖ ਨਹੀਂ ਸਕਦਾ ਸੀ। ਇੱਕ ਦਿਨ ਉਸ ਨੇ ਆਪਣੇ ਵੱਡੇ ਪੁੱਤਰ ਈਸਾਊ ਨੂੰ ਬੁਲਾ ਕੇ ਕਿਹਾ, ਮੇਰੇ ਪੁੱਤਰ, ਤੂੰ ਆਪਣੇ ਤੀਰ ਕਮਾਨ ਨੂੰ ਲੈ ਕੇ ਜੰਗਲ ਵਿੱਚ ਜਾ ਅਤੇ ਮੇਰੇ ਲਈ ਸ਼ਿਕਾਰ ਮਾਰ ਕੇ ਲਿਆ। ਫਿਰ ਤੂੰ ਮੇਰੇ ਲਈ ਸਵਾਦਿਸ਼ਟ ਭੋਜਨ ਬਣਾ ਕੇ ਮੈਨੂੰ ਦੇ, ਤਾਂ ਕਿ ਮੈਂ ਤੈਨੂੰ ਆਸ਼ੀਸ਼ ਦੇਵਾਂ, ਖਾ ਕੇ ਤੈਨੂੰ ਆਸ਼ੀਸ਼ ਦੇਵਾਂ। ਸੋ ਇਹਨਾਂ ਲਾਈਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਈਸਾਊ ਜਿਹੜਾ ਸੀ ਉਹ ਇੱਕ ਸ਼ਿਕਾਰੀ ਸੀ। ਉਹ ਹਮੇਸ਼ਾ ਖੇਤਾਂ ਵਿੱਚ ਰਹਿੰਦਾ ਸੀ, ਸ਼ਾਂਤ ਸੁਭਾਅ ਦਾ ਸੀ ਅਤੇ ਇੱਜੜ ਦੀ ਰਾਖੀ ਕਰਨ ਦਾ ਸ਼ੌਕੀਨ ਸੀ। ਅਤੇ ਜਦੋਂ ਇਸਹਾਕ ਬਜ਼ੁਰਗ ਹੋ ਗਿਆ ਅਤੇ ਜਦੋਂ ਉਹ ਚੰਗੀ ਤਰ੍ਹਾਂ ਨਹੀਂ ਸੀ ਦੇਖ ਸਕਦਾ, ਅਤੇ ਉਸ ਨੇ ਇੱਕ ਦਿਨ ਆਪਣੇ ਵੱਡੇ ਪੁੱਤਰ ਈਸਾਊ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨੂੰ ਕਿਹਾ ਕਿ ਤੂੰ ਆਪਣੇ ਤੀਰ ਕਮਾਨ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਕਰ ਅਤੇ ਫਿਰ ਸਵਾਦਿਸ਼ਟ ਭੋਜਨ ਬਣਾ ਕੇ ਮੈਨੂੰ ਦੇ, ਤਾਂ ਕਿ ਮੈਂ ਤੈਨੂੰ ਆਸ਼ੀਸ਼ ਦੇਵਾਂ। ਰਿਬੇਕਾ ਨੇ ਉਹ ਸਭ ਗੱਲਾਂ ਸੁਣੀਆਂ ਜੋ ਇਸਹਾਕ ਨੇ ਆਪਣੇ ਪੁੱਤਰ ਈਸਾਊ ਨਾਲ ਕੀਤੀਆਂ ਸਨ। ਰਿਬੇਕਾ ਨੇ ਆਪਣੇ ਪੁੱਤਰ ਯਾਕੂਬ ਨੂੰ ਕਿਹਾ, ਤੂੰ ਇੱਜੜ ਵਿੱਚ ਜਾ ਅਤੇ ਚੰਗੇ ਭਲੇ ਹੋਏ ਲੇਲੇ ਲਿਆ। ਫਿਰ ਰਿਬੇਕਾ ਨੇ ਉਹਨਾਂ ਤੋਂ ਸਵਾਦੀ ਭੋਜਨ ਤਿਆਰ ਕਰਕੇ ਯਾਕੂਬ ਦੇ ਹੱਥ ਇਸਹਾਕ ਕੋਲ ਭੇਜ ਦਿੱਤਾ। ਸੋ ਅਸੀਂ ਪਹਿਲਾਂ ਹੀ ਪੜ੍ਹਿਆ ਹੈ ਕਿ ਇਸਹਾਕ ਜਿਹੜਾ ਹੈ ਉਹ ਜ਼ਿਆਦਾ ਪਿਆਰ ਈਸਾਊ ਨੂੰ ਕਰਦਾ ਸੀ, ਅਤੇ ਜੋ ਯਾਕੂਬ ਸੀ ਉਹ ਮਾਂ ਦਾ ਲਾਡਲਾ ਸੀ, ਕਿ ਰਿਬੇਕਾ ਜਿਹੜੀ ਸੀ ਉਹ ਯਾਕੂਬ ਨੂੰ ਪਿਆਰ ਕਰਦੀ ਸੀ। ਇਸਹਾਕ ਨੇ ਈਸਾਊ ਨੂੰ ਕਿਹਾ ਸੀ ਕਿ ਤੂੰ ਮੇਰੇ ਲਈ ਸ਼ਿਕਾਰ ਕਰਕੇ ਲਿਆ ਅਤੇ ਚੰਗਾ ਭੋਜਨ ਬਣਾ ਕੇ ਮੈਨੂੰ ਦੇ, ਤਾਂ ਕਿ ਮੈਂ ਤੈਨੂੰ ਆਸ਼ੀਸ਼ ਦੇਵਾਂ। ਅਤੇ ਰਿਬੇਕਾ ਜਿਹੜੀ ਸੀ ਉਹ ਸੁਣ ਲੈਂਦੀ ਹੈ, ਅਤੇ ਇਸ ਕਰਕੇ ਉਹ ਯਾਕੂਬ ਨੂੰ ਕਹਿੰਦੀ ਹੈ ਕਿ ਤੂੰ ਚੰਗੇ ਭਲੇ ਹੋਏ ਲੇਲਿਆਂ ਨੂੰ ਲਿਆ ਅਤੇ ਮੈਂ ਤੈਨੂੰ ਵਧੀਆ ਭੋਜਨ ਬਣਾ ਕੇ ਦਿੰਦੀ ਹਾਂ, ਤਾਂ ਕਿ ਤੂੰ ਆਪਣੇ ਪਿਤਾ ਨੂੰ ਜਾ ਕੇ ਦੇ। ਇਸਹਾਕ ਨੇ ਭੋਜਨ ਖਾ ਕੇ ਯਾਕੂਬ ਨੂੰ ਈਸਾਊ ਸਮਝ ਕੇ ਆਸ਼ੀਸ਼ ਦਿੱਤੀ। ਇਸ ਤਰ੍ਹਾਂ ਯਾਕੂਬ, ਜਿਸ ਨੇ ਪਹਿਲਾਂ ਹੀ ਆਪਣੇ ਭਰਾ ਦਾ ਜਮਾਂਦਰੂ ਹੱਕ ਖਰੀਦ ਲਿਆ ਸੀ, ਹੁਣ ਆਪਣੇ ਪਿਤਾ ਕੋਲੋਂ ਉਹ ਆਸ਼ੀਸ਼ ਵੀ ਲੈ ਲਈ ਜੋ ਈਸਾਊ ਦੇ ਹੱਕ ਵਿੱਚ ਸੀ। ਸੋ ਈਸਾਊ ਜਿਹੜਾ ਸੀ ਉਹ ਵੱਡਾ ਸੀ ਅਤੇ ਉਹਦਾ ਜਮਾਂਦਰੂ ਹੱਕ ਸੀ ਕਿ ਉਹ ਆਪਣੇ ਪਿਤਾ ਦੀ ਬਰਕਤ ਪਾਵੇ, ਆਸ਼ੀਸ਼ ਪਾਵੇ। ਪਰ ਮਾਂ ਦਾ ਲਾਡਲਾ ਹੋਣ ਕਰਕੇ ਰਿਬੇਕਾ ਜਿਹੜੀ ਹੈ ਉਹ ਯਾਕੂਬ ਨੂੰ ਕਹਿੰਦੀ ਹੈ ਕਿ ਤੂੰ ਖਾਣਾ ਬਣਾ ਕੇ ਦੇ ਦੇ, ਅਤੇ ਉਹ ਸਵਾਦਿਸ਼ਟ ਖਾਣਾ ਬਣਾ ਕੇ ਆਪਣੇ ਪਿਤਾ ਇਸਹਾਕ ਨੂੰ ਦੇ ਦਿੰਦਾ ਹੈ, ਅਤੇ ਇਸਹਾਕ ਯਾਕੂਬ ਨੂੰ ਈਸਾਊ ਸਮਝ ਕੇ ਉਹਨੂੰ ਆਸ਼ੀਸ਼ ਦੇ ਦਿੰਦਾ ਹੈ। ਹੁਣ ਅਸੀਂ ਯਾਕੂਬ ਦੇ ਬਾਰੇ ਪੜ੍ਹਾਂਗੇ। ਆਪਣੇ ਪਿਤਾ ਦੀ ਆਸ਼ੀਸ਼ ਯਾਕੂਬ ਨੂੰ ਮਿਲਣ ਕਾਰਨ ਈਸਾਊ ਦੇ ਮਨ ਵਿੱਚ ਯਾਕੂਬ ਲਈ ਨਫ਼ਰਤ ਪੈਦਾ ਹੋ ਗਈ।
ਈਸਾਊ ਅਤੇ ਯਕੂਬ ਦੋਵੇਂ ਭਰਾ ਸਨ। ਈਸਾਊ ਜਿਹੜਾ ਸੀ ਉਹ ਵੱਡਾ ਸੀ, ਯਕੂਬ ਜਿਹੜਾ ਉਹ ਛੋਟਾ ਸੀ। ਅਤੇ ਇਸਹਾਕ ਜਿਹੜਾ ਹੈ ਉਹ ਯਕੂਬ ਨੂੰ ਅਸ਼ੀਸ਼ ਦੇ ਦਿੰਦਾ ਹੈ ਅਤੇ ਈਸਾਊ ਨੂੰ ਜਿਹੜੀ ਹੈ ਉਹ ਅਸ਼ੀਸ਼ ਨਹੀਂ ਮਿਲਦੀ। ਅਤੇ ਇਸ ਕਰਕੇ ਈਸਾਊ ਜਿਹੜਾ ਹੈ ਉਹ ਯਕੂਬ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਯਕੂਬ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਸੋ ਈਸਾਊ ਜਿਹੜਾ ਸੀ ਆਪਣੇ ਛੋਟੇ ਭਰਾ ਯਕੂਬ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਇਸ ਲਈ ਯਕੂਬ ਆਪਣੇ ਭਰਾ ਤੋਂ ਡਰਦਾ ਹੋਇਆ ਆਪਣੇ ਮਾਮੇ ਲਾਬਾਨ ਕੋਲ ਹਾਰਾਨ ਨੂੰ ਚਲਾ ਗਿਆ। ਸੋ ਯਕੂਬ ਜਿਹੜਾ ਹੈ ਉਹ ਆਪਣੇ ਭਰਾ ਤੋਂ ਡਰਦਾ ਹੋਇਆ ਆਪਣੇ ਮਾਮੇ ਕੋਲ ਚਲਾ ਜਾਂਦਾ ਹੈ। ਸਫ਼ਰ ਦੌਰਾਨ ਉਸਨੇ ਇੱਕ ਸੁਪਨੇ ਵਿੱਚ ਸਵਰਗਦੂਤਾਂ ਨੂੰ ਸਵਰਗ ਤੋਂ ਧਰਤੀ ਵੱਲ ਅਤੇ ਧਰਤੀ ਤੋਂ ਸਵਰਗ ਵੱਲ ਇੱਕ ਪੌੜੀ ਰਾਹੀਂ ਆਉਂਦੇ ਜਾਂਦੇ ਦੇਖਿਆ। ਸੋ ਜਦੋਂ ਉਹ ਜਾ ਰਿਹਾ ਸੀ ਅਤੇ ਸਫ਼ਰ ਦੇ ਦੌਰਾਨ ਉਹ ਇੱਕ ਸੁਪਨਾ ਦੇਖਦਾ ਹੈ ਜਿਹਦੇ ਵਿੱਚ ਖੁਦਾ ਦੇ ਸਵਰਗਦੂਤ ਜਿਹੜੇ ਆ ਉਹ ਸਵਰਗ ਤੋਂ ਧਰਤੀ ਵੱਲ ਜਾ ਰਹੇ ਸਨ ਅਤੇ ਧਰਤੀ ਤੋਂ ਸਵਰਗ ਵੱਲ ਜਾ ਰਹੇ ਸਨ। ਸੁਪਨੇ ਵਿੱਚ ਪ੍ਰਭੂ ਖੁਦਾ ਨੇ ਉਸ ਨੂੰ ਕਿਹਾ, ਮੈਂ ਇਹ ਸਭ ਧਰਤੀ ਜਿੱਥੇ ਤੂੰ ਲੰਮਾ ਪਿਆ ਹੈ ਤੈਨੂੰ ਅਤੇ ਤੇਰੀ ਸੰਤਾਨ ਨੂੰ ਦੇਣ ਦਾ ਵਾਅਦਾ ਕੀਤਾ ਹੈ, ਜਿਸ ਦੀ ਗਿਣਤੀ ਧਰਤੀ ਦੀ ਰੇਤ ਦੇ ਕਣਾਂ ਵਾਂਗ ਹੋਵੇਗੀ। ਯਕੂਬ ਨੇ ਉਹ ਪੱਥਰ ਜਿਹੜਾ ਉਹਨੇ ਸਿਰਹਾਣੇ ਰੱਖਿਆ ਸੀ ਉੱਥੇ ਤੇਲ ਡੋਲਿਆ ਅਤੇ ਉਸ ਥਾਂ ਦਾ ਨਾਂ ਬੈਤ-ਏਲ ਰੱਖਿਆ। ਹੁਣ ਅਸੀਂ ਦੇਖਾਂਗੇ ਕਿ ਯਕੂਬ ਲਾਬਾਨ ਦੇ ਘਰ ਵਿੱਚ ਹੁੰਦਾ ਹੈ, ਇਹਦੇ ਬਾਰੇ ਪੜ੍ਹਾਂਗੇ। ਜਦੋਂ ਯਾਕੂਬ ਲਾਬਾਨ ਦੇ ਘਰ ਪਹੁੰਚਿਆ, ਆਪਣੇ ਮਾਮੇ ਦੇ ਘਰ ਪਹੁੰਚਿਆ, ਤਾਂ ਲਾਬਾਨ ਨੇ ਉਸ ਨੂੰ ਆਪਣੇ ਇੱਜੜ ਦੀ ਰਾਖੀ ਲਈ ਰੱਖ ਲਿਆ। ਉੱਥੇ ਰਹਿੰਦਿਆਂ ਹੋਇਆਂ ਯਾਕੂਬ ਨੇ ਲੀਆ ਅਤੇ ਰਾਖੇਲ ਨਾਲ ਵਿਆਹ ਕੀਤਾ। ਯਾਕੂਬ ਦੇ 12 ਪੁੱਤਰ ਸਨ। ਲੀਆ ਦੇ ਪੁੱਤਰ ਰਾਊਦੇਨ, ਸ਼ਿਮਯੋਨ, ਲੇਵੀ, ਯਹੂਦਾ, ਯਿਸ਼ਾਕਰ ਅਤੇ ਜ਼ਬੂਲੂਨ ਸਨ। ਰਾਖੇਲ ਦੇ ਪੁੱਤਰ ਯੂਸਫ ਅਤੇ ਬਿਨਯਾਮੀਨ ਸਨ। ਸੋ ਅਸੀਂ ਦੇਖਿਆ ਕਿ ਕਿੱਦਾਂ ਯਾਕੂਬ ਜਿਹੜਾ ਹੈ ਆਪਣੇ ਮਾਮੇ ਦੇ ਘਰ ਜਾਂਦਾ ਹੈ ਅਤੇ ਉੱਥੇ ਉਹ ਲੀਆ ਅਤੇ ਰਾਖੇਲ ਦੋਵਾਂ ਦੇ ਨਾਲ ਵਿਆਹ ਕਰ ਲੈਂਦਾ ਹੈ ਅਤੇ ਫਿਰ ਉਸ 'ਤੇ 12 ਪੁੱਤਰ ਜਨਮ ਲੈਂਦੇ ਨੇ। ਰਾਖੇਲ ਦੀ ਦਾਸੀ ਬਿਲਹਾਰ ਦੇ ਪੁੱਤਰ ਦਾਨ ਅਤੇ ਨਫਤਾਲੀ ਅਤੇ ਲੀਆ ਦੀ ਦਾਸੀ ਜਿਲਫਾ ਦੇ ਪੁੱਤਰ ਗਾਦ ਅਤੇ ਆਸ਼ੇਰ ਸਨ। ਇਹ ਸਾਰੇ ਇਸਰਾਏਲੀ ਕਬੀਲਿਆਂ ਦੇ ਸਰਦਾਰ ਸਨ। ਯਾਕੂਬ ਦੀ ਵਾਪਸੀ। ਹੁਣ ਅਸੀਂ ਯਾਕੂਬ ਦੀ ਵਾਪਸੀ ਦੇ ਬਾਰੇ ਪੜ੍ਹਾਂਗੇ। ਅਸੀਂ ਦੇਖਿਆ ਕਿ ਕਿੱਦਾਂ ਈਸਾਊ ਜਿਹੜਾ ਸੀ ਉਹ ਯਾਕੂਬ ਨੂੰ ਮਾਰ ਦੇਣਾ ਚਾਹੁੰਦਾ ਸੀ ਅਤੇ ਇਸ ਕਰਕੇ ਯਾਕੂਬ ਜਿਹੜਾ ਸੀ ਉਹ ਆਪਣੇ ਮਾਮੇ ਦੇ ਘਰ ਚਲਾ ਗਿਆ ਸੀ ਅਤੇ ਹੁਣ ਉਹ ਵਾਪਸ ਆਉਂਦਾ ਵਾ। 20 ਸਾਲ ਬਾਅਦ ਯਾਕੂਬ ਆਪਣੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਕਨਾਨ ਵਾਪਸ ਜਾਣ ਲਈ ਲੂਬਾਨ ਦਾ ਘਰ ਛੱਡ ਕੇ ਤੁਰ ਪਿਆ। ਰਾਹ ਵਿੱਚ ਉਸ ਦੀ ਇੱਕ ਫਰਿਸ਼ਤੇ ਨਾਲ ਕੁਸ਼ਤੀ ਹੋਈ ਜਿਸ ਨੂੰ ਉਸਨੇ ਹਰਾ ਦਿੱਤਾ। ਯਾਕੂਬ ਨੇ ਫਿਰ ਫਰਿਸ਼ਤੇ ਕੋਲੋਂ ਆਸ਼ੀਸ਼ ਮੰਗੀ ਅਤੇ ਉਸ ਨੇ ਯਾਕੂਬ ਨੂੰ ਕਿਹਾ, ਅੱਜ ਤੋਂ ਤੇਰਾ ਨਾਂ ਯਾਕੂਬ ਨਹੀਂ ਸਗੋਂ ਇਸਰਾਏਲ ਹੋਵੇਗਾ, ਕਿਉਂਕਿ ਤੂੰ ਪ੍ਰਭੂ ਖੁਦਾ ਦੇ ਨਾਂ 'ਤੇ ਆਦਮੀ ਦੇ ਵਿਰੁੱਧ ਲੜ ਚੁੱਕਾ ਹੈ ਅਤੇ ਜਿੱਤ ਵੀ ਚੁੱਕਾ ਹੈ। ਉਸ ਥਾਂ ਦਾ ਨਾਂ ਯਾਕੂਬ ਨੇ ਪਨੀਏਲ ਰੱਖਿਆ ਅਤੇ ਕਿਹਾ, ਮੈਂ ਪ੍ਰਭੂ ਖੁਦਾ ਨੂੰ ਆਮੋ ਸਾਹਮਣੇ ਦੇਖਿਆ ਹੈ, ਪਰ ਫਿਰ ਵੀ ਮੈਂ ਜਿਉਂਦਾ ਰਿਹਾ। ਅਗਲੇ ਦਿਨ ਉਹ ਆਪਣੇ ਭਰਾ ਈਸਾਊ ਨੂੰ ਮਿਲਣ ਲਈ ਤੁਰ ਪਿਆ। ਹੁਣ ਅਸੀਂ ਦਿਨਾਹਾਂ ਦੇ ਬਾਰੇ ਪੜ੍ਹਾਂਗੇ। ਯਾਕੂਬ ਦੀ ਇੱਕ ਬੇਟੀ ਵੀ ਸੀ ਜਿਸ ਦਾ ਨਾਂ ਦਿਨਾਹ ਸੀ। ਸ਼ਿਕੇਮੀਆਂ ਦੇ ਇੱਕ ਸ਼ਹਿਜ਼ਾਦੇ ਨੇ ਯਾਕੂਬ ਦੀ ਲੜਕੀ ਦਿਨਾਹ ਦਾ ਬਲਾਤਕਾਰ ਕੀਤਾ। ਯਾਕੂਬ ਦੇ ਪੁੱਤਰਾਂ ਨੇ ਉਹਨਾਂ ਲੋਕਾਂ ਦੇ ਸ਼ਹਿਰ ਦੇ ਹਮਲਾ ਕਰਕੇ ਸਾਰਿਆਂ ਨੂੰ ਕਤਲ ਕਰ ਦਿੱਤਾ। ਯਾਕੂਬ ਨੂੰ ਇਸ ਖੂਨ ਖਰਾਬੇ ਦਾ ਬੜਾ ਦੁੱਖ ਲੱਗਾ। ਹੁਣ ਅਸੀਂ ਪੜ੍ਹਾਂਗੇ ਰਾਖੇਲ ਦੀ ਮੌਤ ਦੇ ਬਾਰੇ। ਯਾਕੂਬ ਆਪਣੇ ਲੋਕਾਂ ਨਾਲ ਬੈਤੇਲ ਤੋਂ ਚੱਲ ਪਿਆ, ਪਰ ਅਜੇ ਉਹ
ਅਫਰਾਤ ਦੀ ਥਾਂ ਤੋਂ ਕੁਝ ਦੂਰ ਹੀ ਸਨ ਕਿ ਰਾਖੇਲ ਦੇ ਜਨਮ ਦੀ ਪੀੜਾ ਸ਼ੁਰੂ ਹੋ ਗਈ। ਉਸ ਨੇ ਆਪਣੇ ਦੂਜੇ ਬੇਟੇ ਬਿਨਯਾਮੀਨ ਨੂੰ ਜਨਮ ਦਿੱਤਾ। ਰਖੇਲ ਉਸ ਦੇ ਜਨਮ ਪਿੱਛੋਂ ਮਰ ਗਈ। ਉਸ ਨੂੰ ਅਫਰਾਤ ਦੇ ਰਾਹ ਦੇ ਕੰਢੇ 'ਤੇ ਦਫਨਾ ਦਿੱਤਾ। ਪਿੱਛੋਂ ਇੱਥੇ ਹੀ ਬੈਤਲਹਮ ਨਗਰ ਵਸਿਆ। ਹੁਣ ਅਸੀਂ ਯਾਕੂਬ ਦੀ ਮੌਤ ਦੇ ਬਾਰੇ ਪੜ੍ਹਾਂਗੇ। ਜਦੋਂ ਯਾਕੂਬ ਉਮਰ ਵਿੱਚ ਵੱਧ ਗਿਆ, ਉਸ ਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਸੱਦਿਆ ਅਤੇ ਹਰ ਇੱਕ ਨੂੰ ਅਸ਼ੀਸ਼ ਦਿੱਤੀ ਤੇ ਕਿਹਾ, ਤੁਸੀਂ ਮੈਨੂੰ ਮੇਰੇ ਪੁਰਖਿਆਂ ਨਾਲ ਉਸ ਗੁਫਾ ਵਿੱਚ ਦਫਨਾ ਦੇਣਾ ਜੋ ਅਫਰਾਉਨ ਦੇ ਖੇਤ ਵਿੱਚ ਹੈ, ਜਿੱਥੇ ਅਬਰਾਹਮ ਅਤੇ ਸਾਰਾ, ਇਸਹਾਕ ਅਤੇ ਰਿਬੇਕਾ ਅਤੇ ਮੇਰੀ ਪਤਨੀ ਲੀਆ ਨੂੰ ਦਫਨਾਇਆ ਗਿਆ ਸੀ। ਇਹ ਕਹਿਣ ਦੇ ਬਾਅਦ ਯਾਕੂਬ ਨੇ ਆਪਣੇ ਮੰਜੇ 'ਤੇ ਪੈਰ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਉਸ ਦੀ ਮੌਤ ਉਸੇ ਵੇਲੇ ਹੋ ਗਈ ਅਤੇ ਉਸ ਦੀ ਉਮਰ 147 ਸਾਲ ਸੀ। ਸੋ ਇਹਦੇ ਵਿੱਚ ਅਸੀਂ ਯਾਕੂਬ ਦੀ ਮੌਤ ਦੇ ਬਾਰੇ ਸੁਣਦੇ ਹਾਂ ਕਿ ਕਿੱਦਾਂ ਯਾਕੂਬ ਆਪਣੇ ਪੁੱਤਰਾਂ ਨੂੰ ਆਸ਼ੀਸ਼ ਦਿੰਦਾ ਹੈ ਅਤੇ ਕਿੱਦਾਂ ਉਹ ਆਪਣੀ ਇੱਛਾ ਪ੍ਰਗਟ ਕਰਦਾ ਹੈ ਕਿ ਉਹਨੂੰ ਮੌਤ ਤੋਂ ਬਾਅਦ 'ਚ ਕਿੱਥੇ ਦਫਨਾਇਆ ਜਾਵੇ, ਅਤੇ ਇਹਦੇ ਨਾਲ ਹੀ ਉਸ ਦੀ ਮੌਤ ਹੋ ਜਾਂਦੀ ਹੈ। ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨਾਂ ਉੱਤਰਾਂ ਬਾਰੇ ਜਾਣਾਂਗੇ। ਪਹਿਲਾ ਪ੍ਰਸ਼ਨ ਹੈ, ਇਸਹਾਕ ਦੀ ਪਤਨੀ ਦਾ ਕੀ ਨਾਂ ਸੀ? ਇਸ ਦਾ ਉੱਤਰ ਹੈ ਰਿਬੇਕਾ। ਇਸਹਾਕ ਦੀ ਪਤਨੀ ਦਾ ਨਾਂ ਰਿਬੇਕਾ ਸੀ। ਦੂਸਰਾ ਪ੍ਰਸ਼ਨ ਹੈ, ਇਸਹਾਕ ਅਤੇ ਰਿਬੇਕਾ ਦੇ ਕਿੰਨੇ ਬੱਚੇ ਸਨ? ਇਸਹਾਕ ਅਤੇ ਰਿਬੇਕਾ ਦੇ ਕਿੰਨੇ ਬੱਚੇ ਸਨ? ਇਹਦਾ ਉੱਤਰ ਹੈ, ਇਸਹਾਕ ਅਤੇ ਰਿਬੇਕਾ ਦੇ ਜੁੜਵੇ 2 ਬੱਚੇ ਸਨ, ਜਿਨ੍ਹਾਂ ਦਾ ਨਾਂ ਸੀ ਯਾਕੂਬ ਅਤੇ ਈਸਾਊ। ਸੋ ਯਾਕੂਬ ਦੇ ਅਤੇ ਰਿਬੇਕਾ ਦੇ 2 ਬੱਚੇ ਸਨ, ਈਸਾਊ ਅਤੇ ਯਾਕੂਬ। ਤੀਸਰਾ ਪ੍ਰਸ਼ਨ ਹੈ ਕਿ ਯਾਕੂਬ ਨੇ ਆਪਣੇ ਪਿਤਾ ਕੋਲੋਂ ਬਰਕਤ ਲੈਣ ਲਈ ਇਮਾਨਦਾਰੀ ਵਰਤੀ। ਪ੍ਰਸ਼ਨ ਹੈ ਕਿ ਯਾਕੂਬ ਨੇ ਆਪਣੇ ਪਿਤਾ ਕੋਲੋਂ ਬਰਕਤ ਲੈਣ ਲਈ ਇਮਾਨਦਾਰੀ ਵਰਤੀ। ਉੱਤਰ ਹੈ ਨਹੀਂ, ਉਸ ਨੇ ਧੋਖੇ ਨਾਲ ਬਰਕਤ ਹਾਸਲ ਕੀਤੀ। ਚੌਥਾ ਪ੍ਰਸ਼ਨ ਹੈ, ਜਦ ਈਸਾਊ ਨੇ ਯਾਕੂਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕੀ ਹੋਇਆ? ਜਦ ਈਸਾਊ ਨੇ ਯਾਕੂਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕੀ ਹੋਇਆ? ਇਹਦਾ ਉੱਤਰ ਹੈ, ਜਦੋਂ ਯਾਕੂਬ ਨੇ ਈਸਾਊ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਮਾਮਾ ਲੁਬਾਨ ਕੋਲ ਹਾਰਾਨ ਨੂੰ ਚਲਾ ਗਿਆ। ਜਦੋਂ ਯਾਕੂਬ ਨੇ ਈਸਾਊ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਮਾਮੇ ਲੁਬਾਨ ਕੋਲ ਹਾਰਾਨ ਨੂੰ ਚਲਾ ਗਿਆ। ਪੰਜਵਾਂ ਪ੍ਰਸ਼ਨ ਹੈ, ਜਦੋਂ ਯਾਕੂਬ ਹਾਰਾਨ ਨੂੰ ਜਾ ਰਿਹਾ ਸੀ ਤਾਂ ਕੀ ਹੋਇਆ? ਜਦੋਂ ਯਾਕੂਬ ਹਾਰਾਨ ਨੂੰ ਜਾ ਰਿਹਾ ਸੀ ਤਾਂ ਕੀ ਹੋਇਆ? ਇਹਦਾ ਉੱਤਰ ਹੈ, ਉਸ ਨੇ ਸੁਪਨੇ ਵਿੱਚ ਖੁਦਾ ਨੂੰ ਦੇਖਿਆ। ਉਸ ਨੇ ਸੁਪਨੇ ਵਿੱਚ ਖੁਦਾ ਨੂੰ ਦੇਖਿਆ। ਅਗਲਾ ਪ੍ਰਸ਼ਨ ਹੈ, ਯਾਕੂਬ ਆਪਣੇ ਮਾਮੇ ਲਾਬਾਨ ਨਾਲ ਹਾਰਾਨ ਵਿੱਚ ਕਿੰਨੀ ਦੇਰ ਤੱਕ ਰਿਹਾ? ਯਾਕੂਬ ਆਪਣੇ ਮਾਮੇ ਲਾਬਾਨ ਨਾਲ ਹਾਰਾਨ ਵਿੱਚ ਕਿੰਨੀ ਦੇਰ ਤੱਕ ਰਿਹਾ? ਇਹਦਾ ਉੱਤਰ ਹੈ 20 ਸਾਲ ਤੱਕ। 20 ਸਾਲ ਤੱਕ ਉਹ ਆਪਣੇ ਮਾਮੇ ਨਾਲ ਰਿਹਾ ਸੀ। ਸੱਤਵਾਂ ਪ੍ਰਸ਼ਨ ਹੈ, ਯਾਕੂਬ ਦੀਆਂ ਕਿੰਨੀਆਂ ਪਤਨੀਆਂ ਸਨ? ਨਾਮ ਲਿਖੋ। ਯਾਕੂਬ ਦੀਆਂ ਪਤਨੀਆਂ ਕਿੰਨੀਆਂ ਸਨ? ਉਹਨਾਂ ਦੇ ਨਾਮ ਲਿਖੋ। ਯਾਕੂਬ ਦੀਆਂ 2 ਪਤਨੀਆਂ ਸਨ, ਲੀਆ ਅਤੇ ਰਾਖੇਲ। ਯਾਕੂਬ ਦੀਆਂ 2 ਪਤਨੀਆਂ ਸਨ, ਉਹਨਾਂ ਦੇ ਨਾਂ ਨੇ ਲੀਆ ਅਤੇ ਰਾਖੇਲ। 8ਵਾਂ ਪ੍ਰਸ਼ਨ ਹੈ, ਖੁਦਾ ਨੇ ਯਾਕੂਬ ਨੂੰ ਕਿੰਨੇ ਬੱਚੇ ਦਿੱਤੇ? ਇਹਦਾ ਉੱਤਰ ਹੈ 13 ਬੱਚੇ, 12 ਪੁੱਤਰ ਅਤੇ 1 ਬੇਟੀ। ਸੋ ਖੁਦਾ ਨੇ ਯਾਕੂਬ ਨੂੰ 13 ਬੱਚੇ ਦਿੱਤੇ, 12 ਪੁੱਤਰ ਅਤੇ 1 ਬੇਟੀ। ਅਗਲਾ ਪ੍ਰਸ਼ਨ ਹੈ, ਯਾਕੂਬ ਕਿਸ ਤਰ੍ਹਾਂ ਅਮੀਰ ਬਣਿਆ? ਯਾਕੂਬ ਕਿਸ ਤਰ੍ਹਾਂ ਅਮੀਰ ਬਣਿਆ? ਇਹਦਾ ਉੱਤਰ ਹੈ, ਇਸ ਲਈ ਕਿ ਖੁਦਾ ਉਸ ਦੇ ਨਾਲ ਸੀ। ਇਸ ਲਈ ਕਿ ਖੁਦਾ ਉਸ ਦੇ ਨਾਲ ਸੀ।
10ਵਾਂ ਪ੍ਰਸ਼ਨ ਅਤੇ ਇਸ ਪਾਠ ਦਾ ਆਖਰੀ ਪ੍ਰਸ਼ਨ ਹੈ, ਜਦ ਯਾਕੂਬ ਕਨਾਨ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਕੀ ਵਾਪਰਿਆ? ਜਦ ਯਾਕੂਬ ਕਨਾਨ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਕੀ ਵਾਪਰਿਆ, ਕੀ ਹੋਇਆ? ਇਹਦਾ ਉੱਤਰ ਹੈ, ਯਾਕੂਬ ਦੀ ਰਾਹ ਵਿੱਚ ਇੱਕ ਫਰਿਸ਼ਤੇ ਨਾਲ ਕੁਸ਼ਤੀ ਹੋਈ। ਸੋ ਇਹਦੇ ਨਾਲ ਹੀ ਅਸੀਂ ਅੱਜ ਦਾ ਜੋ ਪਾਠ ਹੈ ਉਹ ਸਮਾਪਤ ਕਰਦੇ ਹਾਂ। ਸਾਰਿਆਂ ਨੂੰ ਜੈ ਯਸੂ ਦੀ।